ਅੱਜ ਸਾਡੇ ਪ੍ਰੀਮੀਅਰ ਡਗ ਫੋਰਡ ਚੁੱਪ ਚਪੀਤੇ ਪਹੁੰਚੇ ਬਰੈਂਪਟਨ ਦੇ ਵਿੱਚ ਪੀਰ ਮੈਮੋਰੀਅਲ ਹਸਪੀਟਲ ਦੀ ਵੈਬਸਾਈਟ ਦੀ ਜਿਹੜੀ ਸਾਈਟ ਦੇ ਉੱਥੇ ਡਾਕਟਰ ਨਵੀਦ ਮੁਹੰਮਦ ਜਿਹੜੇ ਕਿ ਪ੍ਰੈਜ਼ੀਡੈਂਟ ਨੇ ਵਿਲੀਅਮ ਆਸਟਰਲ ਸਿਸਟਮ ਦੇ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਔਰ ਕ੍ਰਿਸਟਨ ਐਲੀਅਟ ਸਾਡੇ ਮਿਨਿਸਟਰ ਆਫ ਹੈਲਥ, ਛੋਟੇ ਕਾਰੋਬਾਰਾਂ ਦੇ ਮੰਤਰੀ ਪ੍ਰਭਮੀਤ ਸਰਕਾਰੀਆ ਔਰ ਬਰੈਂਪਟਨ ਵੈਸਟ ਤੋਂ MPP ਅਮਰਜੋਤ ਸੰਧੂ ਵੀ ਉਹਨਾਂ ਦੇ ਨਾਲ ਸਨ। ਹਰ ਇੱਕ ਨੂੰ ਇਸ ਗੱਲ ਦਾ ਇੰਤਜ਼ਾਰ ਸੀ ਕਿ ਅੱਜ ਪ੍ਰੀਮੀਅਰ ਕੀ ਐਲਾਨ ਕਰਨਗੇ। ਕਾਫੀ ਹੱਦ ਤੱਕ ਜਾਣਕਾਰੀ ਮਿਲ ਰਹੀ ਸੀ ਕਿ ਪ੍ਰੀਮੀਅਰ ਡਗ ਫੋਰਡ ਹਸਪਤਾਲ ਦੇ ਐਲਾਨ ਵਾਸਤੇ ਆ ਰਹੇ ਹਨ। ਉਹਨਾਂ ਨੇ ਐਲਾਨ ਵੀ ਕੀਤਾ ਔਰ ਬੜੇ ਜ਼ੋਰ ਸ਼ੋਰ ਨਾਲ ਦਾਅਵਾ ਕੀਤਾ ਕਿ ਉਹਨਾਂ ਦੀ ਸਰਕਾਰ ਨੇ ਉਹ ਕੁਝ ਕਰ ਦਿਖਾਇਆ ਜੋ ਪਿਛਲੇ 15 ਸਾਲ ਤੋਂ ਕਿਸੇ ਵੀ ਸਰਕਾਰ ਨੇ ਨਹੀਂ ਸੀ ਕੀਤਾ। ਬਰੈਂਪਟਨ ਦੇ ਵਿੱਚ ਜ਼ਬਰਦਸਤ ਮੰਗ ਉੱਠ ਰਹੀ ਹੈ ਇੱਕ ਦੂਸਰੇ ਫੁੱਲ ਫਲਾਈਡ ਹਸਪੀਟਲ ਦੀ। ਤਾਂ ਇਹ ਜਿਹੜਾ ਪੀਲ ਮੈਮੋਰੀਅਲ ਹਸਪੀਟਲ ਹੁੰਦਾ ਸੀ ਜਿਸ ਨੂੰ ਬਦਲ ਕੇ ਅਰਜੈਂਟ ਕੇਅਰ ਸੈਂਟਰ ਕਰ ਦਿੱਤਾ ਗਿਆ ਸੀ, ਉਸ ਦੇ ਉੱਤੇ 250 ਬੈੱਡ ਬਣਾਉਣ ਦਾ ਐਲਾਨ ਕੀਤਾ ਪ੍ਰੀਮੀਅਰ ਡਗ ਫੋਰਡ ਨੇ। ਪਰ ਹੈਰਾਨਗੀ ਇਹ ਰਹੀ ਕਿ ਇਹ ਹਸਪਤਾਲ ਦੀ ਜਿਹੜੀ ਕੰਸਟਰਕਸ਼ਨ ਹੈ ਉਸਾਰੀ ਹੈ ਉਹ 2023 ਤੋਂ ਜਾ ਕੇ ਸ਼ੁਰੂ ਹੋਏਗੀ। ਇਸ ਬਜਟ ਵਿੱਚ ਉਸ ਦੀ ਕੋਈ ਫੰਡਿੰਗ ਦਾ ਐਲਾਨ ਨਹੀਂ ਹੈ, ਪਰ ਪ੍ਰੀਮੀਅਰ ਦਾ ਕਹਿਣਾ ਹੈ ਕਿ ਅਸੀਂ $3 ਬਿਲੀਅਨ ਰੱਖੇ ਹੈ ਅਗਲੇ 10 ਸਾਲਾਂ ਵਾਸਤੇ। ਪਰ ਇਸ ਬਜਟ 'ਚ ਕੋਈ ਪ੍ਰੋਵੀਜ਼ਨ ਨਾ ਹੋਣ ਕਰਕੇ ਇਹਦੀ ਕੰਸਟਰਕਸ਼ਨ ਇਮੀਡੀਏਟਲੀ ਸ਼ੁਰੂ ਨਹੀਂ ਹੋ ਸਕਦੀ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਬਹੁਤ ਸਵਾਗਤ ਕੀਤਾ ਹੈ ਪ੍ਰੀਮੀਅਰ ਦਾ, ਵੈਲਕਮ ਕੀਤਾ ਇਸ ਐਡੀ ਵੱਡੀ ਅਨਾਊਂਸਮੈਂਟ ਦੇ ਲਈ। ਔਰ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਵੀ ਬਹੁਤ ਖੁਸ਼ੀ ਜ਼ਾਹਿਰ ਕੀਤੀ, ਪ੍ਰੀਮੀਅਰ ਡਗ ਫੋਰਡ ਦਾ ਧੰਨਵਾਦ ਕੀਤਾ ਇਸ ਅਨਾਊਂਸਮੈਂਟ ਲਈ। ਔਰ ਪ੍ਰੀਮੀਅਰ ਨੇ ਇਹ ਵੀ ਕਿਹਾ ਹੈ ਕਿ ਰਾਇਸਨ ਯੂਨੀਵਰਸਿਟੀ ਨਾਲ ਮਿਲ ਕੇ ਪ੍ਰੋਵਿੰਸ ਵੱਲੋਂ ਇੱਕ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ ਬਰੈਂਪਟਨ ਦੇ ਵਿੱਚ। ਜਿਹੜੇ ਵਿਦਿਆਰਥੀ ਇੱਥੇ ਪੜ੍ਹਨਗੇ ਉਹੀ ਅੱਗੇ ਚੱਲ ਕੇ ਇਹਨਾਂ ਹਸਪਤਾਲਾਂ ਵਿੱਚ ਨੌਕਰੀਆਂ ਵੀ ਕਰਨਗੇ। ਇੱਕ ਰਿਸਰਚ ਸੈਂਟਰ ਵੀ ਹੋਏਗਾ ਆਪਣੇ ਆਪ 'ਚ ਮੈਡੀਕਲ ਦਾ ਇਹ ਜਿਹੜਾ ਪ੍ਰੋਜੈਕਟ। ਪਰ ਉਹਨੇ ਕਿਹਾ ਇਹਦੀ ਮੈਂ ਜਾਣਕਾਰੀ ਅਗਲੀ ਵਾਰੀ ਦੇਵਾਂਗਾ। ਤਾਂ ਪ੍ਰੀਮੀਅਰ ਡਗ ਫੋਰਡ ਦੀ ਪ੍ਰੈਸ ਕਾਨਫਰੰਸ ਦੇ ਬਾਰੇ ਇਹ ਜਾਣਕਾਰੀ ਤੁਹਾਡੇ ਲਈ ਅਸੀਂ ਪੇਸ਼ ਕਰ ਰਹੇ ਹਾਂ। ਅੱਜ ontario ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਬਰੈਂਪਟਨ ਵਾਸੀਆਂ ਲਈ ਵੱਡਾ ਐਲਾਨ ਕੀਤਾ ਗਿਆ। ਲੰਬੇ ਸਮੇਂ ਤੋਂ ਬਰੈਂਪਟਨ ਵਾਸੀਆਂ ਵੱਲੋਂ ਸੂਬੇ ਦੀ ਸਰਕਾਰ ਤੋਂ ਇੱਕ ਨਵੇਂ ਹਸਪਤਾਲ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਮੰਨਦਿਆਂ ਹੋਇਆਂ ਅੱਜ ਪ੍ਰੀਮੀਅਰ ਵੱਲੋਂ ਬਰੈਂਪਟਨ ਦੇ ਵਿੱਚ ਇੱਕ ਨਵੇਂ ਹਸਪਤਾਲ ਨੂੰ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ। ਪਰ ਦੱਸ ਦਈਏ ਕਿ ਇਸ ਹਸਪਤਾਲ ਨੂੰ 2023 ਦੇ ਵਿੱਚ ਬਣਾਇਆ ਜਾਵੇਗਾ, ਯਾਨੀ ਕਿ ਬਰੈਂਪਟਨ ਦੇ ਵਿੱਚ ਬਣ ਰਹੇ ਨਵੇਂ ਹਸਪਤਾਲ ਦੀ ਕੰਸਟਰਕਸ਼ਨ ਅੱਜ ਤੋਂ 2 ਸਾਲ ਬਾਅਦ 2023 ਦੇ ਵਿੱਚ ਸ਼ੁਰੂ ਹੋਵੇਗੀ। 2021 ontario ਬਜਟ ਦੇ ਵਿੱਚ ਵੀ ਬਰੈਂਪਟਨ ਦੇ ਵਿੱਚ ਨਵੇਂ ਹਸਪਤਾਲ ਨੂੰ ਖੋਲ੍ਹਣ ਦਾ ਜ਼ਿਕਰ ਕੀਤਾ ਗਿਆ ਸੀ, ਪਰ ਇਹ ਸਪਸ਼ਟ ਨਹੀਂ ਕੀਤਾ ਗਿਆ ਸੀ ਕਿ ਇਸ ਪ੍ਰੋਜੈਕਟ ਲਈ ਸਰਕਾਰ ਕਿੰਨਾ ਪੈਸਾ ਖਰਚ ਕਰੇਗੀ। ਇਸ ਸਮੇਂ ਬਰੈਂਪਟਨ ਦੇ ਵਿੱਚ ਪੀਲ ਮੈਮੋਰੀਅਲ ਹੀ ਇੱਕ ਅਜਿਹਾ ਅਰਜੈਂਟ ਕੇਅਰ ਸੈਂਟਰ ਹੈ ਜਿੱਥੇ ਵਧੇਰੇ ਪੀੜਤਾਂ ਨੂੰ ਦੇਖਿਆ ਜਾਂਦਾ ਹੈ। ਪ੍ਰੀਮੀਅਰ ਨੇ ਇਸ ਤੇ ਬੋਲਦਿਆਂ ਕਿਹਾ ਕਿ ਪੀਲ ਮੈਮੋਰੀਅਲ ਨੂੰ ਇੱਕ ਨਵੇਂ ਹਸਪਤਾਲ ਦੇ ਵਿੱਚ ਤਬਦੀਲ ਕਰਨ ਲਈ ਸੂਬੇ ਦੀ ਸਰਕਾਰ 250 ਤੋਂ ਵੱਧ ਨਵੇਂ ਬੈੱਡਸ ਬਣਾਉਣ ਲਈ ਫੰਡ ਮੁਹੱਈਆ ਕਰਵਾਏਗੀ। ਇਸ ਦੇ ਨਾਲ ਹੀ 2021 ਅਤੇ 2022 ਦੇ ਦੌਰਾਨ ਸਰਕਾਰ ਬਰੈਂਪਟਨ ਦੇ ਵਿੱਚ ਅਰਜੈਂਟ ਕੇਅਰ ਸੈਂਟਰ ਨੂੰ 24 ਘੰਟੇ ਅਤੇ 7 ਦਿਨ ਖੁੱਲ੍ਹਾ ਰੱਖਣ ਲਈ $18 ਮਿਲੀਅਨ ਦਾ ਨਿਵੇਸ਼ ਕਰੇਗੀ। The people of Brampton, you have waited far too long because the last provincial Liberal government supported by the NDP forgot the people of Brampton. For 15 years, they heard you screaming for your fair share. They heard your calls for better health care, and they ignored you. They gave you a day clinic and told you it was all you needed. And folks, I'm sorry for that. I get passionate about the issue because that's just unacceptable. The great people out there, you deserve better. Well, today, all that is over. It's done, it's gone, because today we're taking action. We're delivering for the great city of Brampton. We're delivering where other governments have failed. This is a great day for everyone here in Brampton and throughout Peel Region, because as sure as I'm standing here today, we are building a new hospital for the people of Brampton. This hospital will include over 250 new patient beds. It will include a 24/7 emergency department. This will be an amazing state-of-the-art healthcare facility. The new hospital, the city deserves, and this modern new hospital will help us keep up with the amazing growth in this area. And I hope that one day we will have doctors working in this hospital
who are trained at the new medical school right here in Brampton. Wouldn't that be amazing? We have medical students being taught right here in Brampton, and then they move on to an incredible new hospital. And I'm doing this because I believe in the people in Brampton. I believe in the people right across this region of Peel. And my friends, I have to recognize two special people today, our incredible MPPs, Prab and Amarjot. Folks, without these two, without the mayor's help, without Dr. Mohammed's help, without the minister's help, this would not be possible, because they've been fighting hard for you down at Queen's Park, and they delivered $3 billion in hospital infrastructure spending, which will support the delivery of this critical project. Over 250 new hospital beds, and today we are beginning by investing immediately to turn this existing day clinic into a 24/7 urgent care center, paving the way for an emergency department as part of the new hospital development. And we're not waiting. We are moving at rapid speed. Construction on this project will start in 2023, and I can't wait to be here with the shovels. And nothing is more important than that, because keeping Ontarians safe remains our top priority, and we will continue to deliver on that commitment. ਇਸ ਦੇ ਨਾਲ ਹੀ ਸਿਹਤ ਮੰਤਰੀ ਕ੍ਰਿਸਟੀਨ ਆਲੀਅਟ ਨੇ ਕਿਹਾ ਕਿ ਸਾਡੀ ਸਰਕਾਰ ਇਹ ਸੁਨਿਸ਼ਚਿਤ ਕਰਨ ਲਈ ਵਚਨਬੱਧ ਹੈ ਕਿ ਓਨਟਾਰੀਓ ਦੇ ਹਸਪਤਾਲਾਂ ਦੇ ਵਿੱਚ ਪੇਸ਼ੈਂਟਸ ਦੀ ਰੇਖ ਲਈ ਹਰ ਇੱਕ ਸਾਧਨ ਮੌਜੂਦ ਹੋਣਾ ਚਾਹੀਦਾ ਹੈ। ਉੱਥੇ ਹੀ ਬ੍ਰੈਂਪਟਨ ਵੈਸਟ ਤੋਂ MP ਅਮਰਜੋਤ ਸੰਧੂ ਅਤੇ ਬ੍ਰੈਂਪਟਨ ਸਾਊਥ ਤੋਂ ਪ੍ਰਭਮੀਤ ਸਰਕਾਰੀਆ ਵੱਲੋਂ ਪ੍ਰੀਮੀਅਰ ਡਗ ਫੋਰਡ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਹਮੇਸ਼ਾ ਬ੍ਰੈਂਪਟਨ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। We all know that Brampton was ignored for too long. Now I can proudly stand in front of you today and tell you that that is no longer the case. We'll now have a second 24/7 full-fledged hospital and not just a patient care center to meet the needs of Bramptonians. Our city is finally getting what it deserves. Thank you, Premier, once again, and congratulations to all Bramptonians for their trust and continued support in our government. I would also like to thank Minister Elliott, Mayor Brown, and the entire council for their advocacy, and Dr. Mohammed as well on this project. Thank you so much. Promise made, promise kept. I can't tell you how proud I am to be a part of today's incredible news. We've been fighting for this. For years, we've been advocating for this as residents of Brampton. The construction of a new hospital is a game changer for the city, and it represents the moments when words became actions, when the broken promises of previous Liberal governments were finally fulfilled for the hardworking families of our city, and when Premier Ford was able to accomplish in less than 3 years what 2 Liberal premiers couldn't do in 15 for the city of Brampton. Premier, on behalf of every Bramptonian, thank you for your strong leadership and for delivering for the hardworking families of this community. From day one, you have been Brampton's champion, and I'm sure you've heard our people cheering all the way from the 905 to Queen's Park on Wednesday when you made this announcement. I'm proud to belong to a government that is putting Brampton first, and for the people of our community are seeing the benefits of those actions. Any government can say they stand with Brampton, but actions will always speak louder than words. And the actions of our government leave no doubt that Brampton matters, that our families count, and that our city is finally getting our fair share. A big thank you to Premier Ford for your leadership and tireless commitment to the people of Brampton. We will never forget this moment. Today, our community takes a major step forward in ensuring that every Bramptonian has access to the quality care they deserve. And for this, we should all stand proud. I look forward to continuing to work with all of you to deliver for the greatest city in this province. ਪਰ ਪ੍ਰੀਮੀਅਰ ਦੇ ਅੱਜ ਐਲਾਨ ਨੇ ਬ੍ਰੈਂਪਟਨ ਵਾਸੀਆਂ ਦੀ ਲੰਬੇ ਸਿਰ ਤੋਂ ਨਵੇਂ ਹਸਪਤਾਲ ਦੀ ਮੰਗ ਨੂੰ ਪੂਰਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਬ੍ਰੈਂਪਟਨ ਦੇ ਵਿੱਚ ਨਵੇਂ ਹਸਪਤਾਲ ਦੀ ਉਸਾਰੀ 2023 ਦੇ ਵਿੱਚ ਕੀਤੀ ਜਾਵੇਗੀ ਅਤੇ ਫਿਲਹਾਲ ਸਰਕਾਰ ਵੱਲੋਂ ਸਿਰਫ ਐਲਾਨ ਕੀਤਾ ਗਿਆ ਹੈ।